मुल्तानी का बहुत बुरा हाल सी। ਉਹਨੂੰ ਇੰਨਾ ਟੌਰਚਰ ਕੀਤਾ ਸੀ, ਉਹ ਨਾ ਚੱਲ ਸਕਦਾ ਸੀ ਨਾ ਕੁਝ। ਸੁਮੇਧ ਸੈਣੀ ਨੇ ਉਹਨੂੰ ਬਹੁਤ ਟੌਰਚਰ ਕੀਤਾ, ਠੁੱਡੇ ਮਾਰੇ, ਉਹਦੀ ਅੱਖ ਬਾਹਰ ਆ ਗਈ। ਬਾਂਦਰ ਦੇ ਹੱਥ ਗਨ ਫੜਾਤੀ ਸਰਕਾਰ ਨੇ, ਤੇ ਕੀ ਬਣੂਗਾ ਦੁਨੀਆ ਦਾ। 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਕਿਡਨੈਪਿੰਗ ਮਾਮਲੇ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਇੱਕ ਪਾਸੇ ਅਦਾਲਤ ਨੇ ਜ਼ਮਾਨਤ ਦੇ ਕੇ ਰਾਹਤ ਦਿੱਤੀ ਹੈ, ਉੱਥੇ ਹੀ ਮਾਮਲੇ ਵਿੱਚ ਕਥਿਤ ਚਸ਼ਮਦੀਦ ਗਵਾਹ ਐਡਵੋਕੇਟ ਗੁਰਸ਼ਰਨ ਕੌਰ ਮਾਨ ਨੇ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਨੇ। ਵਕੀਲ ਮਾਨ ਨੇ ਮੋਹਾਲੀ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ, ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਸੁਮੇਧ ਸੈਣੀ ਨੇ ਖੁਦ ਬਲਵੰਤ ਸਿੰਘ ਮੁਲਤਾਨੀ ਨੂੰ ਤਸੀਹੇ ਦਿੱਤੇ ਸਨ ਅਤੇ ਉਸ ਦੀ ਹਾਲਤ ਉਹਨਾਂ ਦੀਆਂ ਅੱਖਾਂ ਸਾਹਮਣੇ ਹੀ ਅਧਮਰੀ ਕਰ ਦਿੱਤੀ ਸੀ। 1991 ਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਤੇ ਮੇਰੇ ਹਸਬੈਂਡ ਤੇ ਸਾਨੂੰ ਤੇ ਮੇਰੇ ਬੱਚੇ ਨੂੰ ਡਿਊਟੀ ਦੀ ਪੁਲਿਸ ਚੁੱਕ ਕੇ ਲੈ ਗਈ ਸੀਗੀ। ਸਾਨੂੰ ਅਲੱਗ ਚੱਕਿਆ, ਉਹਨੂੰ ਅਲੱਗ ਚੱਕ ਕੇ ਲਿਆਈ ਸੀਗੀ। ਤੇ ਇਹਨਾਂ ਨੇ ਸਾਨੂੰ 11 ਸੈਕਟਰ ਪੁਲਿਸ ਸਟੇਸ਼ਨ 'ਚ ਪਹਿਲੇ ਲੈ ਗਏ। ਉੱਥੇ ਸੁਮੇਧ ਸੈਣੀ ਬੈਠਾ ਹੋਇਆ ਸੀ। ਮੇਰੇ ਹਸਬੈਂਡ ਨੂੰ ਬਹੁਤ ਬੁਰੀ ਤਰ੍ਹਾਂ ਟੌਰਚਰ ਕੀਤਾ, ਮੈਨੂੰ ਵੀ, ਮੇਰਾ ਬੱਚਾ ਵੀ ਉੱਥੇ ਸੀਗਾ। ਤੇ ਉਸ ਤੋਂ ਬਾਅਦ ਅਗਲੇ ਦਿਨ ਇਹ ਸਾਨੂੰ 17 ਸੈਕਟਰ ਥਾਣੇ 'ਚ ਲੈ ਗਏ। ਉੱਥੇ ਮੁਲਤਾਨੀ ਸੀਗਾ। ਮੁਲਤਾਨੀ ਦਾ ਬਹੁਤ ਬੁਰਾ ਹਾਲ ਸੀ। ਉਹਨੂੰ ਇੰਨਾ ਟੌਰਚਰ ਕੀਤਾ ਸੀ, ਉਹ ਨਾ ਚੱਲ ਸਕਦਾ ਸੀ ਨਾ ਕੁਝ। ਤੇ ਫਿਰ ਉਸ ਦਿਨ 13 ਦੀ ਰਾਤ ਨੂੰ ਉੱਥੇ ਸੁਮੇਧ ਸੈਣੀ ਆਇਆ ਥਾਣੇ ਦੇ ਵਿੱਚ, ਤੇ ਸਾਨੂੰ ਸਾਰਿਆਂ ਨੂੰ ਜੀ ਉਹਦੇ ਕੋਲ ਪੇਸ਼ ਕੀਤਾ। ਤੇ ਉਹਨੇ ਮੈਂ ਸਾਰਾ ਆਲਰੇਡੀ ਦੱਸ ਚੁੱਕੀ ਹਾਂ। ਤੇ ਉਹਨੇ ਸਾਨੂੰ ਸਾਰਿਆਂ ਨੂੰ ਪੇਸ਼ ਕੀਤਾ। ਤੇ ਉੱਥੇ ਜਿਹੜਾ ਸੀਗਾ ਮੁਲਤਾਨੀ ਨੂੰ ਵੀ ਉਹ ਲੈ ਕੇ ਆਏ, 2 ਪੁਲਿਸ ਵਾਲੇ, ਉਹਦੇ ਕੋਲ ਚੱਲਿਆ ਹੀ ਨਹੀਂ ਜਾ ਰਿਹਾ ਸੀਗਾ, ਉਹ ਗਿਰ ਗਿਆ। ਸੁਮੇਧ ਸੈਣੀ ਨੇ ਉਹਨੂੰ ਬਹੁਤ ਟੌਰਚਰ ਕੀਤਾ, ਠੁੱਡੇ ਮਾਰੇ, ਉਹਦੀ ਅੱਖ ਬਾਹਰ ਆ ਗਈ। ਤੇ ਉਹਨੂੰ ਇਹ ਕਿਹਾ ਕਿ ਤੈਨੂੰ ਤਾਂ ਨਹੀਂ ਛੱਡਣਾ, ਤੈਨੂੰ ਤਾਂ ਦੂਜੇ ਘਰ ਹੀ ਭੇਜਣਾ। ਤੇ ਮੇਰਾ ਹਸਬੈਂਡ ਸਾਰਾ ਕੁਝ ਦੇਖ ਕੇ ਉਹ ਘਬਰਾ ਕੇ ਤੇ ਥੱਲੇ ਗਿਰ ਗਏ, ਅਨਕੌਂਸ਼ੀਅਸ ਹੋ ਕੇ। ਸਾਨੂੰ ਬਾਹਰ ਲੈ ਗਏ, ਉਹਦੇ ਚੀਕ ਚਹਾੜਾ ਅਸੀਂ ਸੁਣ ਰਹੇ ਸੀ, ਉਹ ਤਰਲੇ ਮਾਰ ਰਿਹਾ ਸੀ। ਤੇ ਅਗਲੇ ਦਿਨ ਸਵੇਰੇ ਜਦੋਂ ਮੈਂ ਵਾਸ਼ਰੂਮ ਜਾਣਾ ਸੀ, ਉਹ ਬਰਾਂਡੇ 'ਚ ਪਿਆ ਸੀ, ਉਹਦਾ ਬੁਰਾ ਹਾਲ, ਉਹਦਾ ਬਲੱਡ ਨਿਕਲ ਰਿਹਾ ਸੀਗਾ। ਤੇ ਇਹ ਆਪਣੇ ਲਸ਼ਕਰੇ ਤੌਬਾ ਨਾਲ ਆਇਆ ਤੇ ਉਹਨੂੰ ਕਹਿੰਦਾ ਜੀ ਇਹਨੂੰ ਗੱਡੀ 'ਚ ਸੁੱਟੋ, ਤੇ ਉਹਨੂੰ ਲੈ ਗਏ ਉੱਥੋਂ। ਸਾਨੂੰ ਨਹੀਂ ਪਤਾ ਕਿੱਥੇ ਲੈ ਗਏ। ਉੱਥੇ ਹੋਰ ਵੀ ਬੰਦੇ ਸੀਗੇ 4-5, ਜਿਨ੍ਹਾਂ ਨੂੰ ਸਭ ਨੂੰ ਇਹ ਕਹਿ ਰਹੇ ਸੀ ਵੀ ਆਹ ਵੀ ਇਹਦੇ 'ਚ, ਆਹ ਵੀ ਇਹਦੇ 'ਚ। ਉਹਨਾਂ ਨੂੰ ਵੀ ਬਹੁਤ ਟੌਰਚਰ ਕੀਤਾ ਹੋਇਆ ਸੀਗਾ। ਉਹਦੇ 'ਚ ਇੱਕ ਭੁੱਲਰ ਦਾ ਮਾਮਾ, ਮਾਸੜ ਐਂਡ ਉਹਦਾ ਬਾਪ ਵੀ ਸੀਗਾ। ਤੇ ਫਿਰ ਇਹਨਾਂ ਨੇ ਜੀ ਸਾਨੂੰ ਤੇ ਕਹੀ ਜਾਂਦੇ ਰਹੇ ਕਿ ਤੁਹਾਡੇ ਖਿਲਾਫ ਕੁਛ ਨਹੀਂ ਹੈ, ਤੁਹਾਨੂੰ ਤੇ ਛੱਡ ਦੇਣਾ ਤੇ ਬਸ ਇੱਕ ਦਿਨ 'ਚ। ਪਰ ਉਹ ਸਾਨੂੰ ਇਹ ਪਤਾ ਚੱਲਿਆ ਕਿ ਭੁੱਲਰ ਜਿਹੜਾ ਜੀ, ਉਹ ਇਹਨੂੰ ਕਹੀ ਜਾਂਦੇ ਆ ਕਿ ਉਹ ਕਸਟਡੀ 'ਚੋਂ ਭੱਜ ਗਿਆ ਤੇ ਵਿਚਾਰਾ ਤੁਰ ਵੀ ਨਹੀਂ ਸਕਦਾ ਸੀ, ਉਹਦਾ ਇੰਨਾ ਬੁਰਾ ਹਾਲ ਸੀਗਾ। ਤੇ ਇਹਨਾਂ ਨੇ ਸਾਨੂੰ ਉਸ ਕੇਸ 'ਚ 17 ਸੈਕਟਰ ਕੋਰਟ 'ਚ ਪੇਸ਼ ਕਰ ਦਿੱਤਾ ਕਿ ਇਹ ਉਹ ਬੰਦੇ ਆ ਜਿਨ੍ਹਾਂ ਨੇ ਇਸ ਕੇਸ 'ਚ ਇਨਵੋਲਵ ਹੈ। ਮੇਰੀ ਉੱਥੇ ਜ਼ਮਾਨਤ ਹੋ ਗਈ, ਮੇਰੇ ਹਸਬੈਂਡ ਦੀ ਵੀ 2-3 ਮਹੀਨਿਆਂ ਬਾਅਦ ਜ਼ਮਾਨਤ ਹੋ ਗਈ। ਜਦੋਂ ਮੇਰੇ ਹਸਬੈਂਡ ਜ਼ਮਾਨਤ 'ਤੇ ਆਏ ਤੇ ਕਹਿੰਦਾ ਜੀ ਤੂੰ ਕਿੱਦਾਂ ਬਾਹਰ ਆ ਗਿਆ, ਸਾਨੂੰ ਉੱਥੋਂ ਜੇਲ੍ਹ 'ਚੋਂ ਹੀ ਚੱਕ ਲਿਆਏ। ਬਾਹਰੋਂ ਮੇਰੇ ਹਸਬੈਂਡ ਨੂੰ ਨਿਕਲਦੇ ਆਈ, ਮੈਨੂੰ ਵੀ ਨਾਲ ਮੈਂ ਲੈਣ ਗਈ ਹੋਈ ਸੀਗੀ ਰਾਤੀ 10 ਵਜੇ 9 ਸੈਕਟਰ ਦਫ਼ਤਰ 'ਚ ਲੈ ਕੇ। ਤੇ ਕਹਿੰਦਾ ਜੀ ਤੁਸੀਂ ਕਿੱਦਾਂ, ਉਹਨੂੰ ਕਹਿੰਦਾ ਤੂੰ ਕਿੱਦਾਂ ਬਾਹਰ ਆ ਗਿਆ, ਤੈਨੂੰ ਪਤਾ ਮੈਂ ਉਹਨੂੰ ਮੁਲਤਾਨੀ ਨੂੰ ਮਾਰ ਦਿੱਤਾ, ਮੈਂ ਉਹਦੇ ਭੁੱਲਰ ਦੇ ਮਾਸੜ ਨੂੰ ਮਾਰਤਾ, ਉਹਦੇ ਬਾਪ ਨੂੰ ਮਾਰ ਦਿੱਤਾ, ਤੈਨੂੰ ਆਪਣੀ ਜਾਨ ਪਿਆਰੀ ਹੈ ਕਿ ਨਹੀਂ, ਤੂੰ ਚੱਲ ਜਾ ਵਾਪਸ। ਤੇ ਉਹਨੂੰ ਝੂਠਾ ਕੇਸ 107-51 ਦਾ ਪਾ ਕੇ ਦੁਬਾਰਾ ਜੇਲ੍ਹ ਭੇਜ ਦਿੱਤਾ। ਫਿਰ ਉਹ ਜਦੋਂ ਅਰੋੜਾ ਸਾਹਿਬ ਆਏ SSP, ਇਹ ਟ੍ਰਾਂਸਫਰ ਹੋਇਆ, ਮੈਂ ਉਹਨਾਂ ਨੂੰ ਜਾ ਕੇ ਮਿਲੀ। ਉਹਨਾਂ ਨੇ ਕਿਹਾ ਤੂੰ ਜਾ ਕੇ ਰਿਲੀਜ਼ ਕਰਾ ਲਾ। ਮੇਰੇ ਹਸਬੈਂਡ ਫਿਰ ਬਾਹਰ ਆਏ, ਉਸ ਤੋਂ ਬਾਅਦ ਉਹ ਡਿਪਰੈਸ਼ਨ 'ਚ ਚਲੇ ਗਏ। ਫਿਰ 93 'ਚ ਇਹ ਬੰਦੇ ਨੇ ਸਾਨੂੰ ਮੈਸੇਜ ਭੇਜਿਆ ਕਿ 16 ਸੈਕਟਰ ਘਰ ਹੈ, ਪਤਾ ਨਹੀਂ ਕਿਹਦਾ ਸੀਗਾ ਉਹ, ਇਹਦਾ ਸੈਣੀ ਦਾ, ਵੀ ਆਓ ਉੱਥੇ। ਅਸੀਂ ਉੱਥੇ ਗਏ, ਉੱਥੇ ਅਰੋੜਾ ਸਾਹਿਬ ਵੀ ਬੈਠੇ ਸੀਗੇ। ਇਹ ਸਾਨੂੰ ਕਹਿੰਦਾ ਜੀ ਆ ਇੱਕ ਚਿੱਠੀ ਤੁਹਾਡੇ ਘਰ ਆਊਗੀ ਵੀ ਮੁਲਤਾਨੀ ਵੱਲੋਂ, ਤੇ ਤੁਸੀਂ ਇਹ ਚਿੱਠੀ ਲੈ ਕੇ ਨਾ ਉਹਦੇ ਬਾਪ ਕੋ ਚਲੇ ਜਾਣਾ ਤੇ ਉਹਨੂੰ ਕਹਿਣਾ ਹੈ ਕਿ ਇਹ ਚਿੱਠੀ ਜਿਹੜੀ ਹੈ ਮੁਲਤਾਨੀ ਨੇ ਲਿਖੀ ਹੈ, ਤੇ ਉਹ ਵੀ ਉਹ ਮੁਲਤਾਨੀ ਤੇ ਜਿੰਦਾ ਹੈਗਾ, ਉਹ PO ਹੀ ਹੈ, ਤੇ ਤੁਸੀਂ ਘਬਰਾਓ ਨਾ। ਤੇ ਇਹ ਬੰਦਾ ਜਿਹੜਾ ਇਹਨੇ ਦੇਖੋ ਸਾਡੇ ਕੇਸ 'ਚ ਇਹਨੇ 14 ਸਾਲ ਚਲਾਨ ਨਹੀਂ ਪੇਸ਼ ਕੀਤਾ। ਜੇ ਇਹ ਕੇਸ ਸਾਡੇ ਤੇ ਇਹਨੇ ਸੱਚਾ ਪਾਇਆ ਸੀ ਤੇ ਇਹਨੂੰ ਤਕਲੀਫ ਸੀ ਕਿ 2 ਮਹੀਨਿਆਂ 'ਚ ਚਲਾਨ ਪੇਸ਼ ਕਰ ਦਿੰਦਾ। 14 ਸਾਲ ਇਹਨੇ ਚਲਾਨ ਨਹੀਂ ਪੇਸ਼ ਕੀਤਾ। ਫਿਰ ਇਹਨੇ ਵੰਡਿਕਟਿਵ, ਇਹਦੇ ਭੁੱਲਰ ਨਾਲ ਕੋਈ ਐਨੀਮਿਟੀ ਸੀ, ਉਹਨੂੰ ਇਹਨੇ ਮਾਰਨਾ ਸੀਗਾ ਟ੍ਰਾਂਜ਼ਿਟ 'ਚ।
ਤੇ ਉਹ ਸਾਡੇ ਦੇ ਵੀ ਨਾਲ ਚਲਾਨ ਪੇਸ਼ ਕਰਤਾ ਤੇ ਉਹ ਪ੍ਰਮਾਤਮਾ ਦੀ ਕਿਰਪਾ ਹੋਈ, ਸਾਨੂੰ ਇਨਸਾਫ ਮਿਲਿਆ ਕੋਰਟ ਚੋਂ ਤੇ ਅਸੀਂ ਬਰੀ ਹੋਏ। ਫਿਰ ਤੁਸੀਂ ਮੈਨੂੰ ਇਹ ਕਹਿ ਰਹੇ ਸੀ ਕਿ ਤੁਸੀਂ ਇੰਨੀ ਦੇਰ ਬੈਠੇ ਰਹੇ ਤੇ ਇੰਨਾ ਟੈਰਰਾਈਜ਼ ਕਰਦਾ ਰਿਹਾ ਸਾਨੂੰ ਕਿ ਅਸੀਂ ਬੋਲੀਏ ਨਾ, ਕਿਉਂਕਿ ਉਹਨੂੰ ਪਤਾ ਸੀ ਕਿ ਅਸੀਂ ਬੋਲਣਾ, ਜਦੋਂ ਬੋਲਣਾ ਕਿ ਸਾਡੇ ਸਾਹਮਣੇ ਸਾਰਾ ਇਨਸੀਡੈਂਟ ਹੋਇਆ ਹੈ। ਇਹਨੇ ਫਿਰ 2000 ਹਾਈ ਕੋਰਟ ਨੇ ਕਿਹਾ ਜੀ ਪਤਾ ਕਰੋ ਪੀਓ ਕਿੱਥੇ ਨੇ, ਸੀਬੀਆਈ ਇਨਕੁਆਇਰੀ ਮਾਰਕ ਹੋਈ। ਸੀਬੀਆਈ ਇਨਕੁਆਇਰੀ 'ਚ ਵੀ ਉਹਨਾਂ ਨੇ ਮੇਰੀ ਵੀ ਸਟੇਟਮੈਂਟ ਲਿਖੀ, ਮੈਂ ਆਪਣੀ ਇਹੀ ਸਟੇਟਮੈਂਟ ਦਿੱਤੀ ਕਿ ਉਹ ਮੁਲਤਾਨੀ ਤੇ ਚੱਲ ਫਿਰ ਵੀ ਨਹੀਂ ਸਕਦਾ ਸੀ ਤੇ ਭੱਜਣਾ ਤੇ ਦੂਰ ਦੀ ਗੱਲ ਹੈ ਕਸਟਡੀ 'ਚੋਂ। ਤੇ ਉੱਥੇ ਇਹਨੇ ਪਹਿਲਾਂ ਯੂਟੀ ਤੋਂ ਅਪੀਲ ਫਾਈਲ ਕਰਵਾਤੀ ਵੀ ਉਹ ਜੱਜ ਬਾਇਸਡ ਹੈ, ਉਹ ਉੱਥੇ ਡਿਸਮਿਸ ਹੋਈ। ਫਿਰ ਕੰਸੀਲ ਕਰਕੇ ਪੰਜਾਬ ਗਵਰਨਮੈਂਟ ਤੋਂ ਅਪੀਲ ਫਾਈਲ ਕਰਵਾ ਕੇ ਇਹਨੇ ਉਹ ਆਰਡਰ ਜੱਜ ਦਾ ਸੈਟੀਸਫਾਈਡ ਕਰਵਾ ਲਿਆ। ਤੇ ਮੈਨੂੰ ਹੁਣੇ ਮੇਰੇ ਬ੍ਰਦਰ ਕਹਿ ਰਹੇ ਸੀ ਕੋਈ ਕਿ ਤੁਸੀਂ ਕਿਉਂ ਨਹੀਂ ਐਕਸ਼ਨ ਲਿਆ। ਐਕਸ਼ਨ ਕੀ ਹੈ, ਉਸ ਤੋਂ ਬਾਅਦ ਤੇ ਡੀਜੀਪੀ ਬਣ ਗਿਆ ਪੰਜਾਬ ਦਾ ਤੇ ਮੇਰੇ ਹਸਬੰਡ ਤੇ ਬਾਹਰ ਚਲੇ ਗਏ ਅਮਰੀਕਾ। ਕਹਿੰਦੇ ਇੱਥੇ ਕੁਝ ਨਹੀਂ ਬਣ ਸਕਦਾ ਕਿਸੇ ਦਾ, ਬਈ ਜੇ ਬਾਂਦਰ ਦੇ ਹੱਥ ਗਨ ਫੜਾਤੀ ਸਰਕਾਰ ਨੇ ਤੇ ਕੀ ਬਣੂਗਾ ਦੁਨੀਆ ਦਾ। ਤੁਹਾਨੂੰ ਦੱਸ ਦਈਏ ਕਿ ਸੁਮੇਧ ਸੈਣੀ ਨੂੰ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ, ਪਰ ਜ਼ਮਾਨਤ ਤੋਂ ਪਹਿਲਾਂ ਮਾਨ ਵਕੀਲ ਦੇ ਲਾਏ ਦੋਸ਼ਾਂ ਨੇ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਦੁੱਗਣੀਆਂ ਕਰ ਦਿੱਤੀਆਂ ਨੇ। ਅਜਿਹੇ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹ ਮਾਮਲਾ ਅੱਗੇ ਕੀ ਨਵਾਂ ਮੋੜ ਲੈ ਕੇ ਆਉਂਦਾ ਹੈ। ਬਿਊਰੋ ਰਿਪੋਰਟ ਪ੍ਰਾਈਮ ਉਦੇ।